ਸਲਾਮ ਅਲੈਕੁਮ ਜੀ। ਲੋ ਜੀ, ਪਿਓ ਇੱਕ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ ਇੱਕ ਮਸ਼ਵਰੇ ਨਾਲ ਔਰ ਸਖਤੀ ਕਰਦਾ। ਪਿਓ ਦੀਆਂ ਡਾਢੀਆਂ ਗੱਲਾਂ, ਸਖਤ ਲਹਿਜਾ ਔਰ ਰਵੱਈਆ ਦੇਖ ਕੇ ਨਾ ਬੰਦਾ ਕਈ ਵਾਰੀ ਇਹ ਸਮਝਦਾ ਵੀ ਇਹ ਪਿਓ ਮੇਰਾ ਬੜਾ ਡਾਢ ਹੈ। ਹਾਲਾਂਕਿ ਯਕੀਨ ਕਰੋ ਵੀ ਟ੍ਰੇਨਿੰਗ ਕਿਸੇ ਵੀ ਚੀਜ਼ ਦੀ ਹੈ ਨਾ, ਟ੍ਰੇਨਿੰਗ ਕਿਸੇ ਵੀ ਚੀਜ਼ ਦੀ ਹੈ ਉਹ ਸਖਤੀ ਹੁੰਦੀ ਹੈ। ਨਰਮੀਆਂ ਅੱਗੋਂ ਲਾਈਫ 'ਚ ਹੁੰਦੀਆਂ ਨੇ। ਜਿਸ ਬੰਦੇ ਨੇ ਟ੍ਰੇਨਿੰਗ ਪਾਸ ਕਰ ਲਈ ਉਹ ਸਮਝ ਲਓ ਸਾਰੀ ਜ਼ਿੰਦਗੀ ਉਹਦੇ ਵਾਸਤੇ ਫਿਰ ਆਸਾਨੀਆਂ ਨੇ। ਜਿਹੜਾ ਟ੍ਰੇਨਿੰਗ 'ਚੋਂ ਫੇਲ ਹੋ ਗਿਆ, ਜਿਹਨੇ ਪਿਓ ਦੀਆਂ ਸਖਤੀਆਂ ਬਰਦਾਸ਼ਤ ਨਾ ਕੀਤੀਆਂ ਔਰ ਇੱਧਰ ਤੁਸੀਂ ਅਜ਼ਮਾ ਕੇ ਦੇਖ ਲਿਓ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪਿਓ ਦੇ ਸਾਏ ਹੁੰਦੇ ਨੇ ਨਾ, ਉਹ ਬੰਦੇ ਕਾਮਯਾਬ ਹੁੰਦੇ ਨੇ। ਵਕਤੀ ਤੌਰ 'ਤੇ ਸਖਤੀਆਂ ਲੱਗਦੀਆਂ ਨੇ, ਲੇਕਿਨ ਬਾਅਦ ਦੇ ਵਿੱਚ ਉਹ ਸਰਵਾਈਵ ਕਰਦੇ ਦੇਖੋ ਦੇ ਤੁਸੀਂ, ਉਹਨਾਂ ਨੂੰ ਤਰੱਕੀਆਂ ਕਰਦਿਆਂ ਦੇਖੋ ਦੇ। ਲੇਕਿਨ ਜਿਹੜਿਆਂ ਬੰਦਿਆਂ ਨੇ ਪਿਓ ਦੀਆਂ, ਮਾਂ ਦੀਆਂ ਔਰ ਲੱਗਦਿਆਂ ਦੀਆਂ ਸਖਤੀਆਂ ਨਹੀਂ ਦੇਖੀਆਂ, ਉਹ ਫਿਰ ਕਾਮਯਾਬੀਆਂ ਦੀ ਤਰਫ ਨਹੀਂ ਜਾਂਦੇ ਹਨ। ਕਿਉਂਕਿ ਉਹ ਨਰਮ ਗਿੱਝ ਜਾਂਦੇ ਨੇ। ਉਹਨਾਂ ਨੂੰ ਜਿੱਥੋਂ ਉਹ ਠਾਕਦੇ ਨੇ, ਜਿੱਥੋਂ ਉਹ ਰੋਕਦੇ ਨੇ, ਮੈਂ ਤੁਹਾਨੂੰ ਨਿਆਂ ਨਾਲ ਕਹਿਣਾ, ਇਹ ਅਜ਼ਮਾਈ ਹੋਈ ਗੱਲ ਹੈ ਕਿ ਜਿੱਥੋਂ ਪਿਓ ਮਨਾ ਕਰੇ ਉੱਥੋਂ ਮਨਾ ਹੋ ਜਾਓ, ਜਿੱਥੋਂ ਰੋਕੇ ਉੱਥੋਂ ਰੁਕ ਜਾਓ। ਇਹ ਤੁਹਾਡਾ ਭਲਾ ਹੈ। ਲੇਕਿਨ ਵਕਤ ਆਵੇਗਾ ਕਿ ਤੁਸੀਂ ਇਸ ਗੱਲ ਨੂੰ ਤਸਲੀਮ ਕਰੋਗੇ ਕਿ ਸਾਡਾ ਪਿਓ ਸਹੀ ਕਹਿੰਦਾ ਸੀ। ਦੇਖਣ 'ਚ ਉਸ ਵਕਤ ਬੰਦੇ ਨੂੰ ਇੰਝ ਲੱਗਦਾ ਕਿ ਜਿਸ ਤਰ੍ਹਾਂ ਅੱਬੇ ਨੂੰ ਨਹੀਂ ਪਤਾ, ਸਾਡੇ ਨਾਲ ਤਾਂ ਉਹ ਬੜੇ ਚੰਗੇ ਨੇ। ਕਈ ਬੰਦੇ ਨਰਮ ਖਰਗੋਸ਼ ਦੀ ਤਰ੍ਹਾਂ ਨਰਮ ਲਹਿਜਾ ਔਰ ਤੁਹਾਡੇ ਨਾਲ ਬੜੀ ਕਰੀਬ, ਲੇਕਿਨ ਬਾਅਦ 'ਚੋਂ ਇੰਨੇ ਖਤਰਨਾਕ ਸਾਬਤ ਹੋਣ ਦੇ ਕਿ ਤੁਹਾਡੀ ਸੋਚ। ਲਿਹਾਜ਼ਾ ਪਿਓ ਦੀਆਂ ਗੱਲਾਂ ਦੀ ਸਖਤੀ ਨੂੰ ਸਖਤੀ ਨਾ ਮਹਿਸੂਸ ਕਰੋ, ਬਲਕਿ ਉਹ ਤੁਹਾਡੇ ਵਾਸਤੇ ਬਹੁਤ ਬੜਾ ਇਨਾਮ ਹੈ ਕਿ ਤੁਸੀਂ ਆਪਣੇ ਪਿਓ ਦੇ ਨਾਲ ਸ਼ਾਨਾ ਬਿਸ਼ਾਨਾ ਆਪਣੀ ਬਚਪਨ ਗੁਜ਼ਾਰਿਆ, ਜਿਹਦੇ ਵਿੱਚ ਤੁਹਾਨੂੰ ਹਰ ਲਫ਼ਜ਼, ਹਰ ਲਮਹਾ, ਹਰ ਕਦਮ ਤਜਰਬੇ ਦੇ ਨਾਲ ਤੁਹਾਡਾ ਪਿਓ ਤੁਹਾਨੂੰ ਸੇਫਟੀ ਨਾਲ। ਇੱਕ ਦਫਾ ਇੱਕ ਪਿਓ ਨੇ ਆਪਣੇ ਘਰੋਂ ਕੋਈ ਚਾਵਲ, ਕੋਈ ਖੀਰ, ਕੋਈ ਚੀਜ਼ ਮੰਗਵਾਈ, 2 ਬਰਤਨਾਂ ਦੇ ਵਿੱਚ, 2 ਪਲੇਟਾਂ ਦੇ ਵਿੱਚ, ਅਤੇ ਇੱਕ ਦੇ ਉੱਤੇ 2-3 ਬਦਾਮ ਸੀ ਜਾਂ ਕੋਈ ਗਰੀ, ਅਤੇ ਇੱਕ ਜਿਹੜੀ ਉਹ ਖਾਲੀ ਪਲੇਟ ਸੀ। ਅਤੇ ਪਿਓ ਨੇ ਪੁੱਤਰ ਨੂੰ ਆਖਿਆ, ਯਾਦ ਰੱਖਿਓ ਪਿਓ ਅਣਗਿਣਤ ਲਾਂਦਾ, ਲੇਕਿਨ ਉਹ ਲਾਦਾ ਮੁਕੱਦਰਾਂ ਨਾਲ। ਜਿਹੜੀ ਔਲਾਦ ਹੈ ਨਾ, ਉਹ ਮੁਕੱਦਰ ਨਾਲ ਜੇ ਅਗਰ ਲਾਏਗੀ ਤਾਂ ਤਾਂ ਵੀ ਗਿਣ ਕੇ ਲਾਏਗੀ, ਲੇਕਿਨ ਪਿਓ ਅਣਗਿਣਤ ਲਾਂਦਾ। ਪਿਓ ਨੇ ਪੁੱਤਰ ਨੂੰ ਆਖਿਆ ਚੁੱਕ ਪਲੇਟ। ਉਹਨੇ ਬਦਾਮਾਂ ਵਾਲੀ ਚੁੱਕ ਲਈ, ਲੇਕਿਨ ਉੱਤੇ 2-3 ਬਦਾਮ ਸੀ ਅਤੇ ਥੱਲਿਓਂ ਖਾਲੀ ਸੀ। ਅਤੇ ਪਿਓ ਨੇ ਜਿਸ ਵਕਤ ਆਪਣੀ ਪਲੇਟ ਦੇ ਵਿੱਚ ਚਮਚ ਮਾਰਿਆ, ਹੱਥ ਨਾਲ ਖਾਣ ਲਿਆ, ਅਤੇ ਥੱਲਿਓਂ ਵਾਹਵਾ ਸਾਰੇ ਬਦਾਮ ਕੋਈ 10-15 ਨਿਕਲੇ। ਅਤੇ ਪੁੱਤਰ ਉਹਦੇ ਪਿਓ ਵੱਲ ਦੇਖਣ ਲੱਗ ਪਿਆ, ਅਤੇ ਉਹਨੇ ਕਿਹਾ, ਪੁੱਤਰ ਤੂੰ ਆਪਣੀ ਮਰਜ਼ੀ ਕੀਤੀ, ਮੈਂ ਤਾਂ ਤੈਨੂੰ ਪਹਿਲਾਂ ਆਖਿਆ ਕਿ ਚੁੱਕ। ਦੂਸਰੇ ਦਿਨ ਫਿਰ ਇਸੇ ਤਰ੍ਹਾਂ ਹੋਇਆ ਕਿ ਫਿਰ ਉਸੇ ਤਰ੍ਹਾਂ ਹੀ ਇੱਕ ਦੇ ਉੱਤੇ 2-3 ਬਦਾਮ ਔਰ ਦੂਸਰਾ ਖਾਲੀ ਸੀ। ਦੂਸਰੇ ਦਿਨ ਪੁੱਤਰ ਨੇ ਫਿਰ ਹੁਸ਼ਿਆਰੀ ਕੀਤੀ ਕਿ ਜਿਹੜੇ ਉੱਤੇ 2-3 ਬਦਾਮ ਸੀ ਨਾ, ਉਹ ਨਾ ਲਈ, ਦੂਸਰੀ ਪਲੇਟ ਲਈ, ਉਹ ਫਿਰ ਥੱਲੋਂ ਖਾਲੀ ਨਿਕਲੀ। ਅਤੇ ਪਿਓ ਨੇ ਆਖਿਆ ਵੀ ਪੁੱਤਰ ਹਰ ਦਿਨ ਇਹ ਤਜਰਬਾ ਹੈ, ਜ਼ਿੰਦਗੀ ਸਿਖਾਉਂਦੀ ਹੈ, ਠੀਕ ਹੈ, ਅਤੇ ਤੂੰ ਹਮੇਸ਼ਾ ਚਮਕਣ ਵਾਲੀ ਚੀਜ਼ ਔਰ ਜਿਹੜੀ ਦੇਖਣ 'ਚ ਬਹੁਤ ਚੰਗੀ ਲੱਗਦੀ ਹੈ ਉਹਦੇ ਵੱਲ ਪਿਆ, ਔਰ ਅੱਜ ਤੂੰ ਲਾਲਚ 'ਤੇ ਰਿਹਾ ਕਿ ਇਹਦੇ ਥੱਲੇ ਜ਼ਿਆਦਾ ਬਦਾਮ ਹੋਣ ਦੇ, ਠੀਕ ਹੈ। ਤੀਸਰੇ ਦਿਨ ਫਿਰ ਐਸੇ ਤਰ੍ਹਾਂ ਫਿਰ ਜਿਸ ਵਕਤ ਪਿਓ ਨੇ ਬੁਲਾਇਆ ਨਾ, ਅਤੇ ਫਿਰ ਪੁੱਤਰ ਨੇ ਜਨਾਬ ਮੇਰੀ ਇੱਧਰ ਉੱਧਰ ਦੇਖ ਕੇ ਨਾ, ਅਤੇ ਉਹਨੇ ਆਖਿਆ ਅੱਬਾ ਅੱਜ ਤੇਰੀ ਵਾਰੀ। ਉਹਨੇ ਆਖਿਆ ਹੁਣ ਕਾਮਯਾਬ ਹੈ, ਅੱਜ ਮੇਰੀ ਵਾਰ ਹੈ ਨਾ, ਹੁਣ ਤੇਰੇ ਨਾਲ ਆ, ਹੁਣ ਤੇਰੀ ਕਣ ਨਹੀਂ ਲੱਗਣ ਦਿੰਦਾ। ਇਸ ਵਾਸਤੇ ਅੱਬੇ ਦੀਆਂ ਸਖਤੀਆਂ ਜਿਹੜੀਆਂ ਨਾ, ਯਕੀਨ ਕਰੋ ਬਈ ਇਹ ਵਕਤ ਦੱਸਦਾ ਕਿ ਵਾਕਈ ਉਹ ਕਾਮਯਾਬੀਆਂ ਸੀ। ਔਰ ਉਹਨਾਂ ਕਾਮਯਾਬੀਆਂ ਦੇ ਪਿੱਛੇ ਇੱਕ ਹਜ਼ਰਤ ਅਲੀ ਦਾ ਕੌਲ ਤੁਹਾਨੂੰ ਸੁਣਾਉਂਦੇ। ਹਜ਼ਰਤ ਅਲੀ ਨੇ ਕਿਹਾ ਕਿ ਬਈ ਜਿਹੜਾ ਬੰਦਾ ਵਫਾਦਾਰ ਹੈ ਨਾ, ਮੁਫਲਸ ਹੈ, ਸੱਜਣਾ ਦਾ ਸੱਜਣ ਹੈ, ਉਹ ਪਰੇਸ਼ਾਨ ਰਹੇਗਾ, ਲੇਕਿਨ ਪਰੇਸ਼ਾਨ ਅੱਲਾ ਦੀ ਨਿਅਮਤ ਹੈ, ਇਹ ਕਾਮਯਾਬੀ ਹੈ। ਇਸ ਵਾਸਤੇ ਪਰੇਸ਼ਾਨ ਨਾ ਹੋਇਆ ਕਰੋ। ਪਰੇਸ਼ਾਨ ਬੰਦਾ, ਔਰ ਰੱਬ ਅਜ਼ਮਾਉਂਦਾ ਵੀ ਆਪਣਿਆਂ ਨੂੰ ਹੈ, ਚਵਲਾਂ ਨੂੰ ਥੋੜ੍ਹਾ ਜਿਹਾ ਅਜ਼ਮਾਉਂਦਾ। ਅੱਲਾ ਅਜ਼ਮਾਉਂਦਾ ਵੀ ਆਪਣਿਆਂ ਨੂੰ ਹੈ, ਜਿਨ੍ਹਾਂ ਦੇ ਨਾਲ ਅੱਲਾ ਦੀ ਲਗਨ ਹੋਵੇ ਨਾ, ਜਿਹਦੇ ਨਾਲ ਅੱਲਾ ਦਾ ਲਗਾਓ ਹੋਵੇ, ਸਮਝ ਲਓ ਉਹਨਾਂ ਨੂੰ ਅਜ਼ਮਾਉਂਦਾ, ਠੀਕ ਹੈ। ਅਤੇ ਇਹ ਵਕਤ ਬਦਲਦੇ ਰਹਿੰਦੇ ਨੇ, ਇਹ ਟਾਈਮ ਹੈ, ਠੀਕ ਹੈ। ਟਾਈਮ ਨਾਲ ਹਰ ਚੀਜ਼ ਜਿਹੜੀ ਹੈ ਨਾ ਉਹ ਬਦਲ ਜਾਂਦੀ ਹੈ। ਵਕਤ ਦਾ ਇੱਕ ਟਾਈਮ ਆਉਂਦਾ, ਕਹਿੰਦੇ ਨੇ ਜਿਸ ਤਰ੍ਹਾਂ 12 ਵਰ੍ਹਿਆਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ, ਠੀਕ ਹੈ। ਵਕਤ ਆ ਜਾਂਦਾ ਹੈ, ਲੇਕਿਨ ਦੇਖਣ ਦੇ ਵਿੱਚ ਕਈ ਬੰਦੇ ਚਮਕ ਦਮਕ ਔਰ ਤੁਹਾਨੂੰ ਬੜੇ ਚੰਗੇ ਲੱਗਣ ਦੇ, ਲੇਕਿਨ
ਅੰਦਰੋਂ ਓਨੇ ਹੀ ਤੁਹਾਡੇ ਵਾਸਤੇ ਜ਼ਹਿਰ। ਔਰ ਉਹ ਯਾਦ ਰੱਖਿਓ, ਜਿਹੜਾ ਬੰਦਾ ਦੁਸ਼ਮਣਦਾਰ ਹੈ ਨਾ, ਦੁਸ਼ਮਣ ਤੋਂ ਇੰਨਾ ਖੌਫਜ਼ਦਾ ਨਹੀਂ ਹੁੰਦਾ ਜਿੰਨਾ ਸੱਜਣ ਤੋਂ ਹੁੰਦਾ। ਕਿਉਂਕਿ ਜਦੋਂ ਸੱਜਣ ਦੁਸ਼ਮਣ ਕੋਲੇ ਬਹਿਣਾ ਸ਼ੁਰੂ ਕਰਦੇ ਨਾ, ਫਿਰ ਚੂੰਕਿ ਉਹ ਤੁਹਾਡੇ ਨਾਲ ਰਿਹਾ ਹੁੰਦਾ ਔਰ ਤੁਹਾਡੀ ਹਰ ਉਹ ਜਿਹੜੇ ਜਿੱਥੇ ਤੁਸੀਂ ਜਿਹੜੀ ਸ਼ਾਇਦ ਛੁਪਾਈ ਹੁੰਦੀ ਹੈ, ਉਹ ਤੁਹਾਡੀਆਂ ਕਰੀਬ ਤੋਂ ਤੁਹਾਨੂੰ ਜਾਣਦਾ ਹੁੰਦਾ, ਉਹ ਬਹੁਤ ਖਤਰਨਾਕ ਹੁੰਦਾ। ਬੰਦੇ ਨੂੰ ਇੰਨਾ ਖੌਫ ਦੁਸ਼ਮਣ ਤੋਂ ਨਹੀਂ ਹੁੰਦਾ, ਕਿਉਂਕਿ ਦੁਸ਼ਮਣ ਦਾ ਤਾਂ ਪਤਾ ਹੁੰਦਾ ਨਾ ਦੁਸ਼ਮਣ ਹੈ। ਉਹ ਦੁਸ਼ਮਣ ਨੂੰ ਵੀ ਪਤਾ ਹੁੰਦਾ ਕਿ ਮੈਂ ਇਹਦਾ ਦੁਸ਼ਮਣ ਹਾਂ, ਕਿਉਂਕਿ ਫਿਰ ਵਾਰੀ ਤੇ ਧਾਰੀ ਹੁੰਦੀ ਹੈ। ਲੇਕਿਨ ਸੱਜਣ ਬਹੁਤ ਖਤਰਨਾਕ ਹੁੰਦਾ, ਕਿਉਂਕਿ ਉਹ ਕਰੀਬ ਰਹਿੰਦਾ ਹੈ, ਨਾਲ ਰਹਿੰਦਾ ਹੈ, ਨਾਲ ਖਾਂਦਾ ਹੈ, ਨਾਲ ਸੌਂਦਾ ਹੈ, ਨਾਲ ਬਹਿੰਦਾ ਹੈ। ਅਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਦੁਸ਼ਮਣਾਂ ਕੋਲੇ ਬਹਿਣ ਲੱਗ ਪੈਂਦਾ ਹੈ, ਅਤੇ ਫਿਰ ਉਹ ਬੜਾ ਖਤਰਨਾਕ ਹੁੰਦਾ। ਲਿਹਾਜ਼ਾ ਥੋੜ੍ਹੇ ਬਣਾ ਲਓ, ਚੰਗੇ ਬਣਾ ਲਓ, ਨਾ ਬਣਾਓ। ਮੈਂ ਕਹਿੰਦਾ ਪਿਓ ਨੂੰ ਯਾਰ ਬਣਾਓ, ਵੱਡੇ ਲਾਲੇ ਨੂੰ ਯਾਰ ਬਣਾਓ। ਅੱਲਾ ਜਾਣਦਾ ਜੇ ਕਦੇ ਕੰਨ ਨਹੀਂ ਲੱਗਣ ਦੇਣ ਲਈ। ਲੇਕਿਨ ਇਹ ਚਵਲ ਜਿਹੜੇ ਨਾ ਆਲਾ ਦੁਆਲਾ, ਇਹ ਟਾਈਮ ਦਾ ਹੈ। ਅਗਰ ਤੁਹਾਡਾ ਟਾਈਮ ਸਹੀ ਹੈ ਤਾਂ ਸਾਰੇ ਤੁਹਾਡੇ ਸਿਰ, ਜੇ ਅਗਰ ਟਾਈਮ ਨਹੀਂ ਤਾਂ ਫਿਰ ਕੋਈ ਵੀ ਨਹੀਂ। ਸੱਜਣ ਉਹੀ ਹੈ ਜਿਹੜਾ ਖੂਨੀ ਹੈ। ਉਹ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਬਈ ਆਪਣਾ ਮਾਰ ਕੇ ਛਾਵੇਂ ਸੱਟਦਾ, ਲੇਕਿਨ ਆਪਣਾ ਮਾਰਦਾ ਹੀ ਨਹੀਂ। ਹੋਵੇ ਆਪਣਾ, ਤੇ ਜਦੋਂ ਆਪਣਾ ਹੀ ਨਹੀਂ ਤੇ ਫਿਰ ਉਹਨੇ ਮਾਰਨਾ ਤੇ ਹੈ ਹੀ ਹੈ ਨਾ। ਜਿਹੜੇ ਆਪਣੇ ਨਾ ਉਹ ਨਹੀਂ ਮਾਰਦੇ। ਇਹ ਛਾਵੇਂ ਧੁੱਪੇ ਵਾਲੀ ਗੱਲ ਨਹੀਂ। ਗੱਲ ਹੈ ਕਿ ਆਪਣਾ ਹੋਵੇ ਤੇ ਫਿਰ ਤੁਸੀਂ ਜਿੱਥੇ ਮਰਜ਼ੀ ਸੌਂ ਜਾਓ, ਧੁੱਪੇ ਸੋਵੋ, ਛਾਵੇਂ ਸੋਵੋ, ਦਿਨੇ ਸੋਵੋ, ਰਾਤ ਨੂੰ ਸੋਵੋ, ਜਿੱਥੇ ਦਿਲ ਕਰਦਾ ਹੈ। ਫਿਰ ਉਹ ਸਮਝ ਲਓ ਤੁਹਾਡੀ ਕੰਡ ਮਗਰ, ਫਿਰ ਉਹ ਤੁਹਾਡੀ ਖੈਰ ਮੰਗੇ ਦਾ, ਤੁਹਾਡੇ ਵਾਸਤੇ ਦੁਆ ਕਰੇ ਦਾ। ਲੇਕਿਨ ਜਿਹੜਾ ਟਾਈਮ ਦਾ ਹੈ ਉਹਦੇ ਤੋਂ ਬਚੋ। ਐਵੇਂ ਯਾਈ ਬਾਈ ਬਣਾਏ ਨੇ ਉਹ ਬੇਤੁਕੇ ਔਰ ਬੇਮਕਸਦੇ, ਜਿਨ੍ਹਾਂ ਦੇ ਨਾਲ ਸਿਰਫ ਵਕਤ ਗੁਜ਼ਾਰਦਾ ਹੈ। ਠੀਕ ਹੈ, ਦੁਆਵਾਂ ਯਾਦ ਰੱਖਿਓ। ਅੱਲਾ ਦੇ ਵਾਲੇ।